ਤੇ ਮੈਂ ਇਹ ਜਾਣਨਾ ਚਾਹੁੰਦੀ ਸੀ ਵੀ ਜਿਹੜਾ ਇਹ ਤੁਸੀਂ 33000 ਰੁਪਇਆ ਕਹਿ ਰਹੇ ਹੋ, ਕਿਉਂਕਿ ਹੋਰ ਵੀ ਮੈਡੀਕਲ ਸਟੋਰਸ ਨਾਲ ਗੱਲ ਹੋਈ ਸੀ ਵੀ ਇੰਨਾ ਮਹਿੰਗਾ ਸਿਲੰਡਰ ਇੱਕ ਆਮ ਗਰੀਬ ਬੰਦਾ ਕਿਵੇਂ ਖਰੀਦ ਲੂ ਭਾਜੀ? ਹੁਣ ਬਿਮਾਰੀ ਤਾਂ ਗਰੀਬ ਅਮੀਰ ਨਹੀਂ ਦੇਖ ਰਹੀ ਨਾ। ਤੇ ਪਿੱਛੋਂ ਰੇਟ ਕਿੰਨਾ ਬਾਈ ਜੀ? ਪਿੱਛੋਂ ਸਿਲੰਡਰ ਦਾ ਰੇਟ ਕਿੰਨਾ ਆ ਰਿਹਾ? 20000 ਰੁਪਏ ਦਾ ਖਾਲੀ ਸਿਲੰਡਰ ਮਿਲ ਰਿਹਾ। ਨਹੀਂ, ਅਸੀਂ ਹੁਣ ਜਿੱਦਾਂ ਤੁਹਾਡੇ ਤੋਂ ਬਿਨਾਂ ਅਸੀਂ 3-4 ਫਾਰਮੇਸੀ ਤੇ ਹੋਰ ਵੀ ਗੱਲ ਕੀਤੀ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ 10000 ਦਾ ਪੈ ਜਾਂਦਾ ਹਨਾ, ਅਸੀਂ 15000 ਦਾ। ਕਿਹੜਾ ਸਹੀ? 47 ਲੀਟਰ ਵਾਲਾ। ਪਰ ਭਾਜੀ ਗੱਲ ਇਹ ਆ ਵੀ ਇੰਨਾ ਮਹਿੰਗਾ ਵੇਚਣਾ, ਕੋਈ ਕੈਪਿੰਗ ਤਾਂ ਹੋਣੀ ਨਾ, ਇਲੀਗਲ ਹੈ ਇਹ। ਸੁਣੋ, ਜਿਹੜਾ 10 ਲੀਟਰ ਵਾਲਾ ਸਿਲੰਡਰ ਹੈ ਨਾ ਭੈਣ ਜੀ, ਹਾਂ ਉਹ 17000 ਰੁਪਏ ਕਾਸਟ ਕਰ ਰਿਹਾ, ਸਾਰਾ ਕੁਝ ਕੰਪਲੀਟ ਯੂਨਿਟ ਦੇ ਵਿੱਚ। 10 ਲੀਟਰ ਵਾਲਾ 47 ਵਾਲਾ 15-12000 ਨੂੰ ਕਿੱਦਾਂ ਕਰ ਜੂਗਾ ਯਾਰ? ਭਾਜੀ ਮੇਰੀ ਨਾ ਬੇਨਤੀ ਆ ਵੀ ਇਹ ਇਸ ਟਾਈਮ ਨਾ ਲੋਕ ਮਰ ਰਹੇ ਆ, ਤੇ ਇਸ ਟਾਈਮ ਆਪਾਂ ਪੈਸਾ ਨਹੀਂ ਕਮਾਉਣਾ ਹਨਾ। 18% ਹਰ ਆਈਟਮ ਤੋਂ ਸਰਕਾਰ ਲੈ ਰਹੀ ਹੈ। ਜੇ ਤੁਸੀਂ ਕੋਈ 25000 ਦੀ ਆਈਟਮ ਲੈਂਦੇ ਹੋ ਤੇ 5000 ਰੁਪਏ ਸਰਕਾਰ ਆਪਣਾ ਮੰਗਦੀ ਹੈ, ਉਹ ਆਈਟਮ ਆਪਣੇ ਆਪ 30000 ਦੀ ਹੋ ਰਹੀ ਹੈ। ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ ਕਿ ਵੀ ਹਾਂ ਪਿੱਛੋਂ ਵੀ ਰੇਟ ਸਾਨੂੰ ਜੈਨੂਅਲ ਮਿਲੇ, ਅੱਗੋਂ ਵੀ ਮਾਰਜਨ ਆਪਣਾ ਮਿਨੀਮਮ ਜੇ ਰੱਖ ਕੇ ਚੱਲੇ ਜਾਵੇ ਤਾਂ ਹੀ ਇਹ ਚੀਜ਼ ਕੰਟਰੋਲ ਹੋ ਸਕਦੀ ਹੈ। ਹਾਂ, ਸਰਕਾਰ ਨੂੰ ਵੀ ਸਰਕਾਰ ਟੈਕਸ ਲਾ ਰਹੀ ਹੈ, ਤੇ ਸ਼ਰਮ ਵਾਲੀ ਗੱਲ ਆ, ਲੋਕਾਂ ਦੀ ਜਾਨ ਨੂੰ ਤਾਂ ਟੈਕਸ ਲਾ ਰਹੀ ਹੈ। ਸ਼ਰਮ ਵਾਲੀ ਕੰਮ ਹੈ ਜੀ, ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਚਾਹੁੰਦੀ ਕੀ ਹੈ। ਤੁਸੀਂ ਕੀ ਲੈਣਾ ਮੈਨੂੰ ਦੱਸੋ, ਮੈਂ ਤੁਹਾਨੂੰ ਸਾਰੀ ਡਿਟੇਲ ਦਿੱਤੀ ਸੀ। ਸਿਲੰਡਰ ਬਾਈ ਜੀ, ਸਿਲੰਡਰ ਤੁਸੀਂ ਕਿਹੜੇ ਵਾਲਾ ਲੈਣਾ? ਸਾਈਜ਼ 47 ਲੀਟਰ ਵਾਲਾ ਜੀ। 47 ਲੀਟਰ ਵਾਲੀ ਦੀ ਡਿਟੇਲ ਮੈਂ ਤੁਹਾਨੂੰ ਦੱਸਤੀ ਸਾਰੀ। ਤੇ 33000 ਗਿਆ ਸੀ। ਹਾਂ, ਜੇ ਬਿੱਲ ਲੈਣਾ ਤੇ 33000 ਸਮਥਿੰਗ ਬਣਦਾ, ਬਿੱਲ ਨਹੀਂ ਲੈਣਾ ਤੇ ਟੈਕਸ ਉੱਚ ਮਾਈਨਸ ਹੋ ਜਾਊਗਾ। ਉਹ ਜੋ ਵੀ ਬਣਦਾ 28500 ਬਣਦਾ ਕਿ 28500 ਬਣਦਾ ਦੇਖ ਲਾ। ਹਾਂ, ਕੱਲ ਕੁੜੀ ਨੇ ਗੱਲ, ਹਾਂਜੀ ਕੱਲ ਕੁੜੀ ਨੇ ਗੱਲ ਕੀਤੀ ਸੀ ਭਾਜੀ, ਕੱਲ ਮੈਂ ਗੱਲ ਨਹੀਂ ਕੀਤੀ ਸੀ ਤੁਹਾਡੇ ਨਾਲ। ਅੱਛਾ, ਤੇ ਮੈਂ ਇਹ ਜਾਣਨਾ ਚਾਹੁੰਦੀ ਸੀ ਵੀ ਜਿਹੜਾ ਇਹ ਤੁਸੀਂ 33000 ਰੁਪਇਆ ਕਹਿ ਰਹੇ ਹੋ, ਕਿਉਂਕਿ ਹੋਰ ਵੀ ਮੈਡੀਕਲ ਸਟੋਰਸ ਨਾਲ ਗੱਲ ਹੋਈ ਸੀ ਵੀ ਇੰਨਾ ਮਹਿੰਗਾ ਸਿਲੰਡਰ ਇੱਕ ਆਮ ਗਰੀਬ ਬੰਦਾ ਕਿਵੇਂ ਖਰੀਦ ਲੂ ਭਾਜੀ, ਦੱਸੋ? ਜੀ ਹੁਣ ਜਿਹੜੀਆਂ ਮਸ਼ੀਨਾਂ ਆ ਰਹੀਆਂ ਆਕਸੀਜਨ ਵਾਲੀਆਂ, ਉਹ 60-65-70000 ਰੁਪਏ ਨੂੰ ਆ। ਉਹ ਮੈਂ ਐਗਰੀ ਹਾਂ, ਜੋ ਕਨਸੈਂਟਰੇਟਰ ਨੇ ਉਹ। ਮੇਰੀ ਗੱਲ ਸੁਣੋ ਨਾ, ਉਹ 65-70000 ਨੂੰ ਆ ਰਹੀ ਹੈ। ਹੁਣ ਬਿਮਾਰੀ ਤਾਂ ਗਰੀਬ ਅਮੀਰ ਨਹੀਂ ਦੇਖ ਰਹੀ ਨਾ। ਨਹੀਂ, ਪਰ ਰੇਟ ਦੇਖੋ, ਸਾਡੇ ਕੋਲ ਇਹੋ ਜਿਹੇ ਅਸੀਂ ਬਾਹਰ ਅੰਦਰ ਬੰਦੇ ਵੇਖ ਰਹੇ ਆ ਜਿਹੜੇ ਕਹਿ ਰਹੇ ਕਿ ਆਕਸੀਜਨ ਜਿਹਦੀ ਜੇਬ 'ਚ 5000 ਰੁਪਏ ਹੈ ਨਹੀਂ, ਤੇ ਉਹਨਾਂ ਦੇ ਘਰ ਦਾ ਬੰਦਾ ਮਰ ਗਿਆ, ਸਿਰਫ ਆਕਸੀਜਨ ਨਹੀਂ ਮਿਲ ਸਕੀ ਕਿਉਂਕਿ ਹਸਪਤਾਲਾਂ ਦੇ ਵਿੱਚ ਬੈੱਡ ਹੈ ਨਹੀਂ। ਤੇ ਪਿੱਛੋਂ ਰੇਟ ਕਿੰਨਾ ਬਾਈ ਜੀ? ਪਿੱਛੋਂ ਸਿਲੰਡਰ ਦਾ ਰੇਟ ਕਿੰਨਾ ਆ ਰਿਹਾ? 20000 ਰੁਪਏ ਦਾ ਖਾਲੀ ਸਿਲੰਡਰ ਮਿਲ ਰਿਹਾ। ਨਹੀਂ, ਅਸੀਂ ਹੁਣ ਜਿੱਦਾਂ ਤੁਹਾਡੇ ਤੋਂ ਬਿਨਾਂ ਅਸੀਂ 3-4 ਫਾਰਮੇਸੀ ਤੇ ਹੋਰ ਵੀ ਗੱਲ ਕੀਤੀ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ 10000 ਦਾ ਪੈ ਜਾਂਦਾ ਹਨਾ, ਅਸੀਂ 15000 ਦਾ। ਕਿਹੜਾ ਸਹੀ? 47 ਲੀਟਰ ਵਾਲਾ। ਏਦਾਂ ਕਰੋ, 10000 ਰੁਪਏ ਦੇ ਵਿੱਚ 10 ਸਿਲੰਡਰ ਮੈਂ ਖਰੀਦਣ ਨੂੰ ਤਿਆਰ ਹਾਂ। 1 ਲੱਖ ਰੁਪਇਆ ਮੇਰੇ ਕੋਲ ਲੈ ਜਾਓ, ਉਸ ਬੰਦੇ ਨੂੰ ਕਹੋ ਤੁਸੀਂ ਨਾਲ ਆਓ, 1 ਲੱਖ ਰੁਪਏ ਦੇ 10 ਸਿਲੰਡਰ ਦੇ ਕੇ। ਭਾਜੀ ਤੁਹਾਡੇ ਕੋਲ ਤੁਸੀਂ ਭਾਜੀ ਕਿੱਥੋਂ ਖਰੀਦਦੇ ਹੋ? ਫਿਰ ਉਹੀ ਗੱਲ, ਸਾਡੇ ਕੋਲ 4-5 ਸੋਰਸਿਸ ਹੁੰਦੇ ਨੇ, ਕੋਈ ਇੱਕ ਬੰਦਾ ਥੋੜਾ ਹੁੰਦਾ ਸਾਨੂੰ ਵੇਚਣ ਵਾਲਾ। ਅਲੱਗ-ਅਲੱਗ ਕੰਪਨੀਆਂ ਨੇ, ਅਲੱਗ-ਅਲੱਗ ਡੀਲਰ ਡਿਸਟ੍ਰੀਬਿਊਟਰ ਹੁੰਦੇ ਨੇ। ਪਰ ਭਾਜੀ ਗੱਲ ਇਹ ਆ ਵੀ ਇੰਨਾ ਮਹਿੰਗਾ ਵੇਚਣਾ, ਕੋਈ ਕੈਪਿੰਗ ਤਾਂ ਹੋਣੀ ਨਾ, ਇਲੀਗਲ ਹੈ ਇਹ। ਭੈਣ ਜੀ, ਤੁਸੀਂ ਗੱਲ ਕੀਤੀ ਸਿਲੰਡਰ, ਮੈਂ ਤੁਹਾਨੂੰ ਆਖਿਆ ਵੀ ਪਿੱਛੋਂ ਸਿਲੰਡਰ ਸਾਨੂੰ ਹੁਣ 20000 ਨੂੰ ਮਿਲਦਾ ਹੈ, ਠੀਕ ਹੈ? ਹਾਂਜੀ, ਮੈਂ ਤੁਹਾਨੂੰ ਕੀ ਰੇਟ ਦਿੱਤਾ? ਤੁਸੀਂ ਕਹਿ ਰਹੇ ਸੀ 33000 ਦਾ ਵਿਦ ਟੈਕਸ। 33000 ਰੁਪਏ ਦਾ ਵਿੱਚ ਸਾਰਾ ਕੁਝ ਪਾ ਕੇ, ਵਿਦ ਗੈਸ, ਵਿਦ ਪਾਈਪ ਮਾਸ, ਵਿਦ ਰੈਗੂਲੇਟਰ, ਸਾਰਾ ਕੁਝ ਪਾ ਕੇ। ਉਹ ਬਾਈ ਜੀ ਸਾਰਾ 2250 ਦਾ ਸਮਾਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ। ਤੁਸੀਂ ਕਿੱਥੋਂ ਮਿਲਦਾ ਨਾ ਭੈਣ ਜੀ, ਲੈ ਲਓ ਆਪਾਂ ਨੂੰ। ਇਸ ਗੱਲ ਤੇ ਨਹੀਂ ਪਤਾ ਕੀ ਆ ਬਾਈ ਜੀ, ਗੱਲ ਇਹ ਆ ਵੀ ਗਾਈਡ ਕਰ ਰਹੇ ਨੇ ਨਾ, ਸੁਣ ਲਓ, ਕੋਈ ਗੱਲ ਨਹੀਂ, ਮੈਂ ਤੁਹਾਡੀ ਸਾਰੀ ਗੱਲ। ਪਤਾ ਕੀ, ਅਸੀਂ ਫਰਸਟ੍ਰੇਟ ਹੋਏ ਪਏ ਆ ਬਾਈ ਜੀ, ਅਸੀਂ ਫਰਸਟ੍ਰੇਟ ਇਸ ਗੱਲੋਂ ਹੋਏ ਪਏ ਆ ਵੀ ਇੰਨਾ ਮਹਿੰਗਾ ਤੇ ਕਿੱਦਾਂ ਖਰੀਦੀਏ, ਤੇ ਇਸ ਤਰੀਕੇ ਇੰਨਾ ਮਹਿੰਗਾ ਰੇਟ ਲਾ ਕੇ। ਸੁਣੋ, ਜਿਹੜਾ 10 ਲੀਟਰ ਵਾਲਾ ਸਿਲੰਡਰ ਹੈ ਨਾ ਭੈਣ ਜੀ, ਉਹ 17000 ਰੁਪਏ ਕਾਸਟ ਕਰ ਰਿਹਾ, ਸਾਰਾ ਕੁਝ ਕੰਪਲੀਟ ਯੂਨਿਟ ਦੇ ਵਿੱਚ। 10 ਲੀਟਰ ਵਾਲਾ 47 ਵਾਲਾ 15-12000 ਨੂੰ ਕਿੱਦਾਂ ਕਰ ਜੂਗਾ ਯਾਰ? ਇੱਕ ਬਾਈ ਜੀ ਜਿੱਦਾਂ ਚਲੋ ਉਹ ਸਾਨੂੰ ਗੁੰਮਰਾਹ ਕਰ ਰਹੇ ਨੇ, ਉਹਨਾਂ ਕੋਲ ਨਾ ਤਾਂ ਸਮਾਨ ਹੋਊਗਾ। ਫਿਰ ਤੁਸੀਂ ਇਹ ਦੇਖੋ ਵੀ ਰੈਮਡੀਸਿਵਿਰ ਇੰਜੈਕਸ਼ਨ ਬੈਨ ਹੋ ਚੁੱਕਾ, ਉਸ ਇੰਜੈਕਸ਼ਨ ਨੂੰ ਕਈ ਲੋਕ ਪ੍ਰਾਈਵੇਟ ਤੌਰ ਤੇ ਰੱਖ ਕੇ ਵੇਚ ਰਹੇ ਨੇ, ਕਈ ਫਾਰਮੇਸੀ ਵਾਲੇ ਵੇਚ ਰਹੇ ਆ, ਨਾਲੇ ਪਤਾ ਵੀ ਬੈਨ ਆ, ਡਾਕਟਰ ਵੱਲੋਂ ਮਨਾ ਕੀਤਾ ਗਿਆ, ਜਿਹਨੂੰ ਅੱਜ ਕੋਈ ਨਹੀਂ ਪੁੱਛ ਰਿਹਾ, ਉਹ ਵੀ 3100 ਦਾ 7-7 10-10 ਹਜ਼ਾਰ ਚ ਵੇਚ ਰਹੇ ਆ। ਟੋਟਲੀ ਰੋਂਗ।
ਤੁਸੀਂ ਮੈਨੂੰ 3 ਵਾਰ ਫੋਨ ਕੀਤਾ ਜੇ, ਜਾਂ ਤੁਹਾਡੀ ਭੈਣ ਨੇ ਕੀਤਾ ਜਾਂ ਫਰੈਂਡ ਨੇ ਕੀਤਾ। हाँ कुड़ी ने कीता सी कोई गल आई, तो मैं आपको 31 दे दिए ना। मैं ਤੁਹਾਨੂੰ ਕੀ ਆਖਿਆ ਵੀ ਮੇਰੇ ਕੋਲ ਨਹੀਂ ਹੈਗੇ ਰੈਮਡੇਸਿਵਿਰ, ਨਾ ਮੈਂ ਡੀਲ ਕਰਦਾ। नहीं मैं ਤੁਹਾਡੀ ਗੱਲ ਕਸਟਮਰ ਨੇ ਆਖਿਆ ਕਿ ਭਾਈ ਮੇਰੇ ਕੋਲ ਪਏ ਨੇ, ਮੈਂ ਕਿਹਾ ਪੁੱਤਰ ਆਪਣੇ ਕੋਲ ਰੱਖੀ, ਜਿੱਦਣ ਮੇਰੇ ਕੋਲ ਕੋਈ ਕਸਟਮਰ ਹੋਊਗਾ ਮੈਂ ਤੇਰਾ ਨਾਮ ਲੈ ਲੂੰਗਾ, ਤੇਰਾ ਨੰਬਰ ਲੈ ਲੂੰਗਾ। ਭਾਜੀ ਮੇਰੀ ਨਾ ਬੇਨਤੀ ਆ ਵੀ ਇਹ ਇਸ ਟਾਈਮ ਨਾ ਲੋਕ ਮਰ ਰਹੇ ਆ, ਤੇ ਇਸ ਟਾਈਮ ਆਪਾਂ ਪੈਸਾ ਨਹੀਂ ਕਮਾਉਣਾ ਹਨਾ। ਆਪਾਂ ਘੱਟ ਤੋਂ ਘੱਟ ਜਿੰਨਾ ਤੁਹਾਨੂੰ ਪਿੱਛੋਂ ਲਾਗਤ ਲੱਗ ਰਹੀ ਆ, ਮੈਂ ਮੰਨਦੀ ਆ ਵੀ ਕੋਈ ਮਾੜਾ ਮੋਟੀ ਉੱਪਰੋਂ ਜਿੰਨੀ ਸਾਨੂੰ ਸਾਡੇ ਸ਼ੋਰੂਮ ਦਾ ਖਰਚਾ ਕੱਢ ਕੇ ਪੜਤਾ ਪੈਂਦਾ, ਵੈਸੇ ਤਾਂ ਜੇ ਕੋਈ ਸੇਵਾ ਕਰ ਸਕਦਾ ਉਹ ਤੋਂ ਵੱਡੀ ਗੱਲ ਕੋਈ ਨਹੀਂ। ਸੁਣ ਲਓ ਬਿਲਕੁਲ, ਤੁਹਾਡੇ ਬਹੁਤ ਸੋਹਣੇ ਵਿਚਾਰ ਨੇ, ਮੇਰੇ ਵੀ ਤੁਹਾਡੇ ਵਰਗੇ ਨੇ। 18% ਹਰ ਆਈਟਮ ਤੋਂ ਸਰਕਾਰ ਲੈ ਰਹੀ ਹੈ। ਜੇ ਤੁਸੀਂ ਕੋਈ 25,000 ਦੀ ਆਈਟਮ ਲੈਂਦੇ ਹੋ ਤੇ 5,000 ਰੁਪਏ ਸਰਕਾਰ ਆਪਣਾ ਮੰਗਦੀ ਹੈ, ਉਹ ਆਈਟਮ ਆਪਣੇ ਆਪ 30,000 ਦੀ ਹੋ ਰਹੀ ਹੈ। ਨਹੀਂ ਭਾਜੀ ਇਹ ਸਰਕਾਰ ਨਹੀਂ, ਇਹਨੂੰ ਕੈਪਟਨ ਸਰਕਾਰ ਨੂੰ ਇਸ ਗੱਲ ਦਾ ਭਾਜੀ ਇਹ ਨਹੀਂ ਹੈਗਾ। ਕੋਈ ਵੀ ਆਈਟਮ ਜਿਹੜੀ 25,000 ਦੀ ਆਈਟਮ ਹੈ, ਸਰਕਾਰ ਕਹਿੰਦੀ ਕਿ ਤੂੰ ਵੇਚਣੀ ਹੈ ਨਾ, 5,000 ਸਾਡੇ ਕੋਲ ਜਮਾ ਕਰਾ, ਤੇ ਉਹ 5,000 ਕੌਣ ਦਊਗਾ? ਕਸਟਮਰ। 30,000 ਕਸਟਮਰ ਨੂੰ ਪੈਸੇ ਨਹੀਂ ਭਾਜੀ ਇਹਨਾਂ ਨੇ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਕਾਂਗਰਸੀਆਂ ਨੇ ਇਹਨਾਂ ਨੇ ਕੀਤਾ ਸੀਗਾ ਵੀ ਅਸੀਂ ਕੈਪਿੰਗ ਕਰ ਰਹੇ ਹਾਂ ਪ੍ਰਾਈਸ ਦੀ, ਉਹ ਕੈਪਿੰਗ ਹੁਣ ਹੈ ਨਹੀਂ। ਕਿਹੜੀ ਚੀਜ਼ ਤੇ ਕੈਪਿੰਗ? ਕੈਪਿੰਗ ਸੀਵੀ ਸਿਲੰਡਰਸ ਉੱਤੇ, ਚਾਹੇ ਉਹ ਕਰੋਨਾ ਦੇ ਇੰਜੈਕਸ਼ਨ ਆ, ਵੀ ਇਹ ਤੋਂ ਮਹਿੰਗਾ ਕੋਈ ਵੇਚ ਨਹੀਂ ਸਕਦਾ। ਹਾਂ ਉਹ ਹੈਗੀ ਹੈ ਕੈਪਿੰਗ? ਨਹੀਂ ਕੋਈ ਕੈਪਿੰਗ ਨਹੀਂ ਹੈਗੀ, ਇੰਜੈਕਸ਼ਨਾਂ ਤੇ ਹੈਗੀ ਸੀ। ਹਾਂਜੀ ਇੰਜੈਕਸ਼ਨਾਂ ਦੀ ਚੱਲ ਰਹੀ ਹੈ ਜੇ ਵੀ। ਤੇ ਬਾਈ ਜੀ ਇਹ ਇਹਨਾਂ ਨੇ ਕੀ ਕੀਤਾ, ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਸੇਲ ਵੀ ਬੰਦ ਕਰ ਦਿੱਤੀ ਹੈ ਪ੍ਰਾਈਵੇਟ ਕੈਮਿਸਟ। ਡਾਇਰੈਕਟਰ ਹੈਲਥ ਸਰਵਿਸਿਜ਼ ਆਪਣੇ ਥਰੂ ਵੇਚ ਸਕਦੀ ਹੈ ਡਾਇਰੈਕਟ ਟੂ ਦਾ ਹਸਪੀਟਲ। ਤੁਸੀਂ ਤਾਂ ਇਦਾਂ ਕਰੋ, ਇੱਕ ਤਾਂ ਹੈਗਾ ਸਿਲੰਡਰ ਖਰੀਦਣਾ। ਨਹੀਂ ਮੈਂ ਕਿਰਾਏ ਤੇ ਲੈ ਲਓ ਬਾਈ ਜੀ, ਅਸੀਂ ਤੇ ਕਿਰਾਏ ਤੇ ਲੈ ਲਵਾਂਗੇ, ਕੋਈ ਮੁੱਦਾ ਨਹੀਂ। ਮੁੱਦਾ ਹੋਰ ਲੋਕ ਸਾਡੇ ਆਂਢ ਗੁਆਂਢ ਚ ਲੋਕ ਰਹਿੰਦੇ ਆ, ਤੇ ਕੋਈ ਸਾਡੇ ਇੱਥੇ ਕਿਸੇ ਦੀ ਭਾਜੀ ਡੈਥ ਪਤਾ ਕਿੱਦਾਂ ਹੋ ਗਈ? ਉਹ ਕਹਿੰਦੇ ਫੋਰਟਿਸ ਚ ਅਸੀਂ ਜਾਣ ਜੋਗੇ ਨਹੀਂ, ਫੋਰਟਿਸ ਦੇ ਵਿੱਚ ਤੇ ਬਿੱਲ 5 ਲੱਖ ਰੁਪਏ ਦਾ ਆ ਜਾਂਦਾ। ਜਿਹੜੀ ਆਕਸੀਜਨ ਅੱਜ ਤੱਕ ਫ੍ਰੀ ਰਹਿੰਦੇ ਰਹੇ ਉਹਦਾ ਬਿੱਲ ਇੰਨਾ ਬਣ ਰਿਹਾ, ਫਿਰ ਪ੍ਰਾਈਵੇਟ ਲੈਣ ਜਾਂਦੇ ਆ ਤੇ ਸਿਲੰਡਰ ਬਹੁਤ ਮਹਿੰਗਾ। ਮੈਂ ਕਿਹਾ ਫਿਰ ਸਰਕਾਰ ਨੇ ਕੋਈ ਕੈਪਿੰਗ ਕੀਤੀ ਹੋਣੀ, ਅਸੀਂ ਇਹਨਾਂ ਨੂੰ ਟੈਕਸ ਦਿੰਨੇ ਆ, ਵੋਟਾਂ ਪਾਉਂਦੇ ਆ, ਕਿਸੇ ਤਰੀਕੇ ਤਾਂ ਹੁਣ ਮਾੜੇ ਟਾਈਮ 'ਚ ਹੈਲਪ ਕਰੂਗੀ ਗਵਰਨਮੈਂਟ। ਤੇ ਤੁਸੀਂ ਦੇਖ ਲਓ ਵੀ ਇੱਥੋਂ ਤੱਕ ਹਾਲਾਤ ਨੇ ਵੀ ਇੱਕ ਸਿਰਫ ਜਿਹੜਾ ਅਮੀਰ ਬੰਦਾ ਉਹ ਸਿਲੰਡਰ ਖਰੀਦਣ ਦੀ ਯੋਗਤਾ ਰੱਖ ਰਿਹਾ, ਨਾ ਤਾਂ ਮਿਡਲ ਕਲਾਸ ਖਰੀਦ ਸਕਦੀ ਹੈ। ਜਿਹਦੀ ਕਮਾਈ 30-35 ਹਜ਼ਾਰ ਆ, ਉਹ ਭਾਜੀ 35 ਹਜ਼ਾਰ ਦਾ ਸਿਲੰਡਰ ਕਿਵੇਂ ਖਰੀਦ ਲੂਗਾ? ਕਿੱਥੋਂ ਲੈ ਲੇਗਾ? ਬਿਲਕੁਲ ਸਹੀ ਕਹਿੰਦੇ। ਤੇ ਨਾ ਭਾਜੀ ਸਰਕਾਰ ਕਿਸੇ ਤਰੀਕੇ ਕੋਈ ਕੈਪਿੰਗ ਕਰ ਰਹੀ ਆ, ਨਾ ਇਹ ਆ ਵੀ ਦੇਖੋ ਇੱਕ ਜਿਵੇਂ 69 ਚ ਖੁੱਲਿਆ ਆ ਨਾ, ਉਹ ਫ੍ਰੀ ਦੇ ਵਿੱਚ ਸਾਰਾ ਕੁਝ ਆਕਸੀਜਨ ਵਗੈਰਾ ਦੇ ਰਹੇ ਆ। ਚਲੋ ਉਹਨਾਂ ਦੀ ਸ਼ਰਧਾ ਸੰਗਤ ਨੇ ਵਿੱਚੋਂ ਆਪਣੀ ਯੋਗਦਾਨ ਪਾਇਆ ਹੋਣਾ, ਤੇ ਪਰ ਮੈਂ ਇਹ ਕਹਿੰਨੀ ਆ ਵੀ ਜਿੰਨੇ ਵੀ ਫਾਰਮਾਸਿਸਟ ਵੀਰ ਨੇ, ਮੈਂ ਬੇਨਤੀ ਕਰਦੀ ਆ ਤੁਹਾਨੂੰ ਸਭ ਨੂੰ ਵੀ ਆਪਾਂ ਇਹ ਇੱਕ ਜਾਨ ਬਚਾਉਣ ਦੀ ਟਾਈਮ ਹੈ, ਕੋਈ ਕਾਰ ਨਹੀਂ ਆ ਵੀ ਜੇ ਘਟ ਗਈ ਤਾਂ ਸ਼ਾਰਟੇਜ ਪੈ ਗਈ ਤੇ ਕਾਰ ਦਾ ਰੇਟ ਵਧਾਤਾ ਹਨਾ, ਉਹਦੇ ਬਿਨਾ ਜਾਨ ਨਹੀਂ ਜਾਂਦੀ। ਵੀ ਇਹ ਇੱਕ ਦਵਾਈ ਆ ਬਾਈ ਜੀ, ਜੇ ਸ਼ਾਰਟੇਜ ਆ ਰਹੀ, ਆਕਸੀਜਨ ਘੱਟ ਮਿਲ ਰਹੀ ਆ ਤਾਂ ਆਪਾਂ ਰੇਟ ਨਾ ਵਧਾਈਏ। ਜਿਹੜੀ ਦਵਾ ਹੁੰਦੀ ਆ ਬਾਈ ਜੀ ਬਹੁਤ ਵੱਡੀ ਚੀਜ਼ ਆ, ਕਿਸੇ ਦੀ ਜਾਨ ਬਚਾ ਲੈਣੀ, ਕਿਉਂਕਿ ਸੇਵਾ ਦਾ ਇਸ ਤੋਂ ਵੱਡੀ ਤੁਸੀਂ ਸੇਵਾ ਮਨੁੱਖਤਾ ਦੀ ਕੀ ਕਰ ਸਕਦੇ ਆ ਹਨਾ। ਪਰ ਅਸੀਂ ਇੰਨੇ ਕੁ ਸਮਾਜ ਦੇ ਵਿੱਚ ਵੇਖ ਕੇ ਇੰਨੇ ਟੌਰਚਰ ਹੋ ਰਹੇ, ਜਿੰਨੀ ਬਲੈਕ ਮਾਰਕੀਟਿੰਗ ਇਸ ਟਾਈਮ ਸਿਲੰਡਰਸ ਦੀ ਚੱਲਦੀ ਪਈ ਆ, ਵੀ ਬੰਦਾ ਇੱਕ ਮਰ ਰਿਹਾ, ਤੁਸੀਂ ਇਹ ਦੇਖ ਕੇ ਦੋਗੇ ਜਿਹੜਾ ਮਹਿੰਗਾ ਖਰੀਦੂਗਾ ਉਹਨੂੰ ਕਿ ਇਹ ਦੇਖੋਗੇ ਵੀ ਜਿਹਦੀ ਜਾਨ ਜਾਂਦੀ ਆ ਉਹਨੂੰ ਅਸੀਂ ਬਚਾਉਣਾ। ਸੋ ਮੇਰੀ ਤੁਹਾਡੇ ਅੱਗੇ ਸਿਰਫ ਇੱਕ ਰਿਕੁਐਸਟ ਆ ਕਿ ਕੋਸ਼ਿਸ਼ ਕਰੋ ਉੱਥੋਂ ਅਵੇਲੇਬਲ ਸਿਲੰਡਰਸ ਕਰੋ ਜਿੱਥੋਂ ਤੁਹਾਨੂੰ ਘੱਟ ਤੋਂ ਘੱਟ ਪ੍ਰਾਈਸ ਤੇ ਮਿਲਦੇ ਆ, ਤੇ ਘੱਟ ਤੋਂ ਘੱਟ ਬੈਨੀਫਿਟ ਕੱਢ ਕੇ ਉਹਨੂੰ ਵੇਚੋ। ਠੀਕ ਹੈ ਹਾਂਜੀ ਦੋਵੇਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਹੀ ਰੇਟ ਕੰਟਰੋਲ ਹੋਊਗਾ। ਬਿਲਕੁਲ ਠੀਕ ਹੈ ਭਾਜੀ, ਸੋਹਣੇ ਵਿਚਾਰ ਆ। ਕੋਆਪਰੇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ। ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਕਿ ਵੀ ਹਾਂ ਪਿੱਛੋਂ ਵੀ ਰੇਟ ਸਾਨੂੰ ਜੈਨੂਅਨ ਮਿਲੇ, ਅੱਗੋਂ ਵੀ ਮਾਰਜਨ ਆਪਣਾ ਮਿਨੀਮਮ ਜੇ ਰੱਖ ਕੇ ਚੱਲੇ ਜਾਵੇ ਤਾਂ ਹੀ ਇਹ ਚੀਜ਼ ਕੰਟਰੋਲ ਹੋ ਸਕਦੀ। ਹਾਂ, ਸਰਕਾਰ ਨੂੰ ਵੀ ਸਰਕਾਰ ਟੈਕਸ ਲਾ ਰਹੀ ਹੈ ਤੇ ਸ਼ਰਮ ਵਾਲੀ ਗੱਲ ਆ, ਲੋਕਾਂ ਦੀ ਜਾਨ ਉੱਤੇ ਟੈਕਸ ਲਾ ਰਹੀ ਹੈ। ਸ਼ਰਮ ਵਾਲੀ ਕੰਮ ਹੈ ਜੀ, ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਚਾਹੁੰਦੀ ਕੀ ਹੈ। ਵੀ ਤੁਸੀਂ ਆਕਸੀਜਨ ਤੇ ਵੀ ਟੈਕਸ ਲਾਇਆ ਹੋਇਆ, ਸਿਲੰਡਰਾਂ ਤੇ ਵੀ ਟੈਕਸ ਲਾਇਆ, ਬੱਚ ਕਰੂਗਾ ਜੀ, ਉਹ ਥੋੜਾ ਨਹੀਂ ਹੈ ਜੀ। 18% ਬਹੁਤ ਵੱਡਾ ਟੈਕਸ ਹੁੰਦਾ, ਬਹੁਤ ਵੱਡਾ ਭਾਜੀ, ਬਹੁਤ ਵੱਡਾ। 18 ਰੁਪਏ ਦੀ ਆਈਟਮ ਲੈਣੀ ਹੈ, 20 ਰੁਪਏ ਸਰਕਾਰ ਨੇ ਲੈਣੇ ਆਪਾਂ ਨੂੰ। ਦੱਸੋ ਭਾਜੀ, ਆਮ ਪਬਲਿਕ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਉਹ ਤਾਂ ਭੋਲੇ ਆ ਸਾਰੇ। ਨਹੀਂ ਸਭ ਪਤਾ ਹੈ, ਲੋਕੀ ਪਾਗਲ ਨੇ, ਅਨਪੜ੍ਹ ਨੇ, ਪਤਾ ਸਾਰਾ ਕੁਝ ਹੁੰਦਾ ਹੈ। ਜਦੋਂ ਅਸੀਂ ਬਾਜ਼ਾਰ ਜਾਂਦੇ ਉੱਤੇ ਲਿਖਿਆ ਨਹੀਂ ਖੜਾ, ਅਖਬਾਰਾਂ ਪੜ੍ਹਦੇ ਨਹੀਂ ਹੈਗੇ ਆਪਾਂ। ਭਾਜੀ ਪਿੰਡ ਵਾਲਿਆਂ ਨੂੰ ਕਿੱਥੇ ਪਤਾ ਜੀ ਵਿਚਾਰਿਆਂ ਨੂੰ। ਨੌਜਵਾਨ ਜਿਹੜੇ ਮੁੰਡੇ ਅੱਜ ਕੱਲ ਪੜ੍ਹ ਲਿਖ ਗਏ,
ਅਸੀਂ ਅਸਲ 'ਚ ਉਹ ਭੋਲੇ ਲੋਕ ਆ ਜਿਹੜੇ ਡੀਜ਼ਲ ਜੇ 12 ਤੋਂ 13 ਰੁਪਏ ਹੋ ਜਾਵੇ ਅਸੀਂ 1 ਰੁਪਏ ਦੇਣ ਤੋਂ ਗਰੇਜ ਨਹੀਂ ਕਰਦੇ ਹਨਾ। ਲੱਗਦਾ ਚੱਲ ਕੋਈ ਨਹੀਂ 13, ਪਰ ਉਹ ਕਿੰਨਾ ਪੈਸਾ ਇਕੱਠਾ ਕਰ ਰਹੇ ਆ। ਮੁੜ ਕੇ ਹੁਣ ਦੇਖੋ ਵੀ ਬੰਦਿਆਂ ਕਿਤੇ ਮੈਡੀਕਲ ਚੀਜ਼ਾਂ ਨੂੰ ਫ੍ਰੀ ਵੰਡਣ ਦੀ ਬਜਾਏ ਇਹ 18% ਤੁਹਾਡਾ ਕਹਿਣਾ ਵੀ ਟੈਕਸ ਲਾ ਰਹੇ ਆ। ਟੈਕਸ ਲਾ ਰਹੇ ਬਾਈ ਜੀ ਮੈਂ ਪਿਛਲੇ ਮਹੀਨੇ ਦੀ ਖਬਰ ਆਈ ਕਿ ਵੀ ਅਪ੍ਰੈਲ ਦੇ ਵਿੱਚ GST ਦੀ बढ़ोतरी ਹੋ ਗਈ। ਬਿਜ਼ਨਸ ਬੰਦ ਰਿਹਾ ਪੂਰੇ ਦੇਸ਼ ਦੇ ਵਿੱਚ ਹਨਾ। ਤੁਸੀਂ ਲਾਕਡਾਊਨ ਲਾਇਆ ਹੋਇਆ ਫਿਰ ਵੀ ਤੁਹਾਡਾ GST ਵਧਿਆ, ਕਾਰਨ ਕੀ ਸੀ? ਰੇਟ ਵੱਧ ਗਿਆ ਇਟਵਾ ਤੇ। ਨਹੀਂ ਰੇਟ ਤੇ ਉਹੀ GST ਕਰਕੇ ਦੇਖੋ ਮੁੜ ਕੇ ਜਿਹੜਾ ਭਾਰ ਪੈਣਾ ਇਹ ਇਹਨਾਂ ਨੇ ਜਦੋਂ ਕਿਸੇ ਚੀਜ਼ ਦਾ ਟੈਕਸ ਵਧਾਉਣਾ ਮੁੜ ਕੇ ਭਾਰ ਤਾਂ ਲੋਕਾਂ ਦੀ ਪੈਣਾ ਨਾ ਸਾਰਾ। ਵਧਾਤਾ ਨਾ, ਮੈਂ ਉਹੀ ਤਾਂ ਕਹਿੰਦਾ ਜਿਹੜੀ ਚੀਜ਼ ਦਾ ਮੁੱਲ 10,000 ਰੁਪਈਆ ਸੀ ਜੇ ਉਹ ਬਾਜ਼ਾਰ ਦੇ ਵਿੱਚ 16,000 ਨੂੰ ਵਿਕੀ ਤੇ ਸਰਕਾਰ ਨੂੰ ਤਾਂ 6,000 ਦਾ ਵੀ ਟੈਕਸ ਨਾਲ ਮਿਲ ਗਿਆ। ਦੇਖੋ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਇੱਕ ਆਕਸੀਜਨ 47 ਲੀਟਰ ਵਾਲਾ 20,000 ਦਾ ਪੈ ਰਿਹਾ। ਇਹ ਕੋਈ ਲੌਜਿਕ ਆ ਜਾਂ ਇਹ ਕੋਈ ਤਰੀਕਾ ਵੀ ਜਿੱਥੋਂ ਵੀ ਜਿੰਨਾਂ ਦੇ ਵੀ ਆ ਰਿਹਾ? ਕੰਪਨੀ ਵਿੱਚ ਰੇਟ ਜਿਹਦਾ ਮੇਰੀ ਨਾ ਹੁਣ ਕੱਲ ਕਿਸੇ ਸਰਕਾਰੀ ਡਿਪਾਰਟਮੈਂਟ ਨੇ 40 ਸਿਲੰਡਰ ਆਰਡਰ ਕੀਤੇ ਨੇ ਛੋਟੇ ਵਾਲੇ 10 ਲੀਟਰ ਵਾਲੇ। ਕੋਰੋਨਾ ਤੋਂ ਪਹਿਲਾਂ ਉਹ ਸਿਲੰਡਰ ਦਾ ਰੇਟ ਅਸੀਂ ਸਰਕਾਰੀ ਖਾਤਿਆਂ ਵਾਲਿਆਂ ਨੂੰ ਕੋਟ ਕਰਦੇ ਹੁੰਦੇ ਸੀ 6500 ਰੁਪਇਆ 6800 ਰੁਪਇਆ ਪਲੱਸ GST। ਕੱਲ ਇਹਨਾਂ ਨੂੰ ਰੇਟ ਕੋਟ ਕੀਤਾ 9200 ਰੁਪਇਆ ਪਲੱਸ GST। ਰੇਟ ਬਿਲ ਆਰਡਰ ਮਿਲ ਗਿਆ ਮੈਨੂੰ। ਪਰ ਇਹਦਾ ਮਤਲਬ ਇਹ ਕਿ ਉਸ ਡਿਪਾਰਟਮੈਂਟ ਨੂੰ 9200 ਦਾ ਵੀ ਕਿਤੋਂ ਕੋਟੇਸ਼ਨ ਨਹੀਂ ਆਈ ਹੋਣੀ ਤਾਂ ਹੀ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਹੁਣ ਪਿੱਛੋਂ ਕੰਪਨੀਆਂ ਨੇ ਹੀ ਰੇਟ ਵਧਾ ਛੱਡੇ ਨੇ। ਦੇਖੋ ਭਾਜੀ ਅਸੀਂ ਤੁਹਾਡੀ ਵੀ ਮਜਬੂਰੀ ਦੇਖੋ ਮਜਬੂਰੀਆਂ ਭਾਜੀ ਕਿਤੇ ਨਾ ਕਿਤੇ ਸਰਕਾਰ ਨੇ ਸਾਰਿਆਂ ਦੀਆਂ ਬਣਾਤੀਆਂ ਤੇ ਆਪਾਂ ਇਹਨਾਂ ਮਜਬੂਰੀਆਂ ਤੋਂ ਉੱਪਰ ਉੱਠ ਕੇ ਕੰਮ ਕਰਨਾ। ਭਾਜੀ ਮੇਰੀ ਆਇਡੈਂਟੀਟੀ ਦੱਸਣੀ ਜ਼ਰੂਰੀ ਹੈ ਆਪਣੀ। ਮੈਂ ਅਨਮੋਲ ਗਗਨਮਾਨ ਗੱਲ ਕਰ ਰਹੀ ਹਾਂ ਤੇ ਹਾਂਜੀ ਸੋ ਮੈਨੂੰ ਕੁਝ ਸੈਟੀਸਫੈਕਸ਼ਨ ਆਈ ਹੈ ਤੁਹਾਡੇ ਨਾਲ ਗੱਲ ਕਰਕੇ। ਮੈਂ ਸਿਰਫ ਇਹ ਬੇਨਤੀ ਕਰਦੀ ਹਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰੋ ਉੱਥੋਂ ਸਿਲੰਡਰਸ ਲਿਆਉਣ ਦੀ ਜਿੱਥੋਂ ਤੁਹਾਨੂੰ ਘੱਟ ਤੋਂ ਘੱਟ ਕੀਮਤ ਤੇ ਮਿਲੇ, ਤੁਸੀਂ ਘੱਟ ਤੋਂ ਘੱਟ ਮੁਨਾਫੇ 'ਚ ਵੇਚ ਸਕੋਗੇ। ਸੋ ਅਸੀਂ ਕਿਤੇ ਨਾ ਕਿਤੇ ਜਿਹੜੀ ਬਲੈਕ ਮਾਰਕੀਟਿੰਗ ਚੱਲ ਰਹੀ ਆ ਕੋਸ਼ਿਸ਼ ਕਰ ਰਹੇ ਹਾਂ ਨੱਥ ਪਾਉਣ ਦੀ, ਪਰ ਇਹ ਵੀ ਆ ਵੀ ਕੋਈ ਬੇਕਸੂਰ ਦੇ ਉੱਤੇ ਕੋਈ ਗੱਲ ਨਾ ਆਵੇ ਹਨਾ। ਅਸੀਂ ਇਸ ਚੀਜ਼ ਦੀ ਪੂਰੀ ਜਾਂਚ ਪੜਤਾਲ ਕਰ ਰਹੇ ਹਾਂ ਵੀ ਕਿਸੇ ਬੇਕਸੂਰ ਉੱਤੇ ਗੱਲ ਨਾ ਆਵੇ, ਉਹ ਚੰਗਾ ਨਹੀਂ ਲੱਗਦਾ। ਸੋ ਜਿੰਨੇ ਵੀ ਪੰਜਾਬ ਦੇ ਫਾਰਮਾਸਿਸਟ ਆ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਚੰਗੇ ਤਰੀਕੇ ਨਾਲ ਇਸ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਕਰਨ ਕਿਉਂਕਿ ਦਵਾਵਾਂ ਮਿਲਦੀਆਂ ਤੇ ਉਹਦੇ ਵਿੱਚ ਬਰਕਤ ਬਹੁਤ ਆ। ਬਿਲਕੁਲ ਠੀਕ ਹੈ। ਹਾਂਜੀ ਮੈਂ ਸਹਿਮਤ ਹਾਂ ਤੁਹਾਡੇ ਨਾਲ। ਠੀਕ ਹੈ ਹਾਂਜੀ ਚਲੋ ਮੈਂ ਤੁਹਾਡਾ ਨੰਬਰ ਸੇਵ ਕਰਦਾ। ਹਾਂ ਕਰ ਲਿਓ ਬਾਈ ਜੀ। ਐਨੀ ਟਾਈਮ ਤੁਹਾਨੂੰ ਕੋਈ ਇਨਫੋਰਮੇਸ਼ਨ ਸਹਿਯੋਗ ਦੀ ਜ਼ਰੂਰਤ ਹੋਵੇ ਐਨੀ ਟਾਈਮ ਪਲੀਜ਼ ਲੈਟ ਮੀ ਨੋ। ਠੀਕ ਹੈ ਓਕੇ ਭਾਜੀ।